प्यारे बच्चों हुण आपां स्टडी करांगे क्लास 8वीं का लैसन नंबर 2 इंटरनेट। इस लैसन विच आपां जो टॉपिक कवर करने हैं वो है इंटरनेट की है अते इसका इतिहास, इंटरनेट दीयां हार्डवेयर अते सॉफ्टवेयर जरूरतां की हन, इंटरनेट ते नैटवर्क दे काम की हुंदे हन, इंटरनेट कनैक्शन दीयां किस्मां किहड़ियां हन, मॉडम की है अते इस दीयां किस्मां अते इसदी स्पीड बारे, इंटरनेट सर्विस प्रोवाइडर की हुंदे हन, इंटरनेट दे लाभ अते सेवावां की हन, सॉफ्टवेयर टूल्स की हन अते वैब ब्राउजिंग। हुण सब तो पहला असीं जाणांगे इंटरनेट की है। इंटरनेट का अर्थ है इंटरनेशनल नैटवर्क ऑफ कंप्यूटर्स। ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਸ ਆਪਸ ਵਿੱਚ ਜੁੜਨ ਤਾਂ ਉਹ ਇੱਕ ਨੈਟਵਰਕ ਦਾ ਨਿਰਮਾਣ ਕਰਦੇ ਹਨ ਅਤੇ ਜਦੋਂ ਦੋ ਜਾਂ ਦੋ ਤੋਂ ਵੱਧ ਨੈਟਵਰਕਸ ਆਪਸ ਵਿੱਚ ਮਿਲ ਜਾਂਦੇ ਹਨ ਤਾਂ ਨਿਰਮਾਣ ਹੁੰਦਾ ਹੈ ਨੈਟਵਰਕ ਆਫ ਨੈਟਵਰਕਸ ਦਾ, ਜਿਸ ਨੂੰ ਅਸੀਂ ਇੰਟਰਨੈਟ ਦੇ ਨਾਮ ਨਾਲ ਵੀ ਜਾਣਦੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ 4 ਕੰਪਿਊਟਰ ਤੇ ਇੱਕ ਪ੍ਰਿੰਟਰ ਆਪਸ ਵਿੱਚ ਇੱਕ ਹੱਬ ਦੀ ਮਦਦ ਨਾਲ ਜੁੜੇ ਹੋਏ ਹਨ ਤੇ ਇਹ ਇੱਕ ਨੈਟਵਰਕ ਬਣ ਰਿਹਾ ਹੈ। ਕਿਉਂਕਿ ਇਹ ਇੱਕ ਨੈਟਵਰਕ ਹੈ ਤਾਂ ਇੱਕ ਕੰਪਿਊਟਰ ਦੀ ਸੂਚਨਾ ਬਾਕੀ ਕੰਪਿਊਟਰ ਤੇ ਵੀ ਆਸਾਨੀ ਨਾਲ ਸ਼ੇਅਰ ਕੀਤੀ ਜਾ ਸਕਦੀ ਹੈ ਤੇ ਚਾਰੋਂ ਕੰਪਿਊਟਰਸ ਲਈ ਅਲੱਗ-ਅਲੱਗ ਪ੍ਰਿੰਟਰ ਦੀ ਵੀ ਲੋੜ ਨਹੀਂ ਹੈ। ਇੱਕ ਪ੍ਰਿੰਟਰ ਨੂੰ ਹੀ ਚਾਰੋਂ ਕੰਪਿਊਟਰਸ ਨਾਲ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ ਤੇ ਪ੍ਰਿੰਟ ਆਊਟ ਲਿਆ ਜਾ ਸਕਦਾ ਹੈ। ਤੇ ਅਗਲੀ ਤਸਵੀਰ ਹੈ ਇੰਟਰਨੈਟ ਦੀ, ਜਿਸ ਵਿੱਚ ਵੱਖ-ਵੱਖ ਕੰਪਿਊਟਰ ਮਿਲ ਕੇ ਨੈਟਵਰਕ ਬਣਾ ਰਹੇ ਹਨ ਤੇ ਨੈਟਵਰਕਸ ਆਪਸ ਵਿੱਚ ਮਿਲ ਕੇ ਇੰਟਰਨੈਟਵਰਕ ਬਣਾ ਰਹੇ ਹਨ ਤੇ ਇੰਟਰਨੈਟ ਸਾਰੇ ਸੰਸਾਰ ਦਾ ਇੱਕ ਇੰਟਰਨੈਟਵਰਕ ਹੀ ਹੈ। ਮਤਲਬ ਕੰਪਿਊਟਰ ਦੇ ਮੇਲ ਨਾਲ ਨੈਟਵਰਕ ਬਣਦਾ ਹੈ ਤੇ ਨੈਟਵਰਕਸ ਦੇ ਮੇਲ ਨਾਲ ਇੰਟਰਨੈਟ ਬਣਦਾ ਹੈ। ਅੱਗੇ ਹੈ ਇੰਟਰਨੈਟ ਦਾ ਇਤਿਹਾਸ। 1969 ਵਿੱਚ ਯੂਨਾਈਟਿਡ ਸਟੇਟਸ ਸੁਰੱਖਿਆ ਵਿਭਾਗ ਨੇ ਡਾਟਾ ਦੀ ਸਾਂਝ ਲਈ ਇੱਕ ਨੈਟਵਰਕ ਬਣਾਇਆ ਜਿਸ ਨੂੰ ਅਰਪਾਨੈਟ ਦਾ ਨਾਮ ਦਿੱਤਾ ਗਿਆ। ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਇਸ ਨਾਲ ਜੁੜਨ ਕਰਕੇ ਨੈਟਵਰਕਿੰਗ ਦੀ ਸ਼ੁਰੂਆਤ ਹੋਈ ਅਤੇ ਇਸ ਦਾ ਦਾਇਰਾ ਵਧਣ ਕਰਕੇ ਹੀ ਇੰਟਰਨੈਟ ਦੀ ਸ਼ੁਰੂਆਤ ਹੋਈ। ਭਾਰਤ ਵਿੱਚ ਇੰਟਰਨੈਟ 15 ਅਗਸਤ 1995 ਵਿੱਚ BSNL ਦੁਆਰਾ ਸ਼ੁਰੂ ਕੀਤਾ ਗਿਆ ਸੀ। ਹੁਣ ਅੱਗੇ ਆਪਾਂ ਦੇਖਾਂਗੇ ਕਿ ਇੰਟਰਨੈਟ ਲਈ ਕਿਹੜੇ-ਕਿਹੜੇ ਹਾਰਡਵੇਅਰ ਅਤੇ ਸੌਫਟਵੇਅਰ ਦੀ ਜ਼ਰੂਰਤ ਹੁੰਦੀ ਹੈ। ਸਭ ਤੋਂ ਪਹਿਲਾਂ ਹਾਰਡਵੇਅਰ ਜ਼ਰੂਰਤਾਂ। ਹਾਰਡਵੇਅਰ ਵਿੱਚ ਤੁਹਾਨੂੰ ਜ਼ਰੂਰਤ ਹੈ ਇੱਕ 800 ਮੈਗਾਹਰਟਜ਼ ਜਾਂ ਇਸ ਤੋਂ ਜ਼ਿਆਦਾ ਸਪੀਡ ਵਾਲਾ ਪਰਸਨਲ ਕੰਪਿਊਟਰ। ਤੁਸੀਂ ਆਪਣੇ ਲੈਪਟਾਪ ਅਤੇ ਮੋਬਾਈਲ ਉੱਪਰ ਵੀ ਇੰਟਰਨੈਟ ਚਲਾ ਸਕਦੇ ਹੋ। ਉਸ ਤੋਂ ਬਾਅਦ 128 MB ਜਾਂ ਇਸ ਤੋਂ ਵੱਧ ਦੀ ਰੈਮ, ਟੈਲੀਫੋਨ ਲਾਈਨ ਦਾ ਕਨੈਕਸ਼ਨ, ਇੰਟਰਨੈਟ ਨਾਲ ਜੁੜਨ ਲਈ ਮੋਡਮ ਅਤੇ TCP/IP ਪ੍ਰੋਟੋਕਾਲ। ਸੌਫਟਵੇਅਰ ਜ਼ਰੂਰਤਾਂ ਵਿੱਚ ਤੁਹਾਨੂੰ ਜ਼ਰੂਰਤ ਹੈ ਇੱਕ ਆਪਰੇਟਿੰਗ ਸਿਸਟਮ ਦੀ, ਜਿਵੇਂ Windows 7, Windows XP ਆਦਿ ਕੋਈ ਵੀ, ਅਤੇ ਇੱਕ ਵੈਬ ਬਰਾਊਜ਼ਰ। ਅੱਜ ਕੱਲ੍ਹ ਬਹੁਤ ਸਾਰੇ ਵੈਬ ਬਰਾਊਜ਼ਰ ਉਪਲਬਧ ਹਨ, ਜਿਵੇਂ ਇੰਟਰਨੈਟ ਐਕਸਪਲੋਰਰ, ਗੂਗਲ ਕ੍ਰੋਮ ਜਾਂ ਫਿਰ ਮੋਜ਼ੀਲਾ ਫਾਇਰਫੌਕਸ ਆਦਿ। ਅੱਗੇ ਹੈ ਇੰਟਰਨੈਟ ਤੇ ਨੈਟਵਰਕ ਦੇ ਕੰਮ। ਇੰਟਰਨੈਟ ਦੁਆਰਾ ਅਸੀਂ ਘਰ ਬੈਠੇ ਹੀ ਦੁਨੀਆ ਭਰ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਪਤਾ ਲਗਾ ਸਕਦੇ ਹਾਂ। ਇੰਟਰਨੈਟ ਨਾਲ ਅਸੀਂ ਘਰ ਬੈਠੇ ਹੀ ਬਾਜ਼ਾਰ ਵਿੱਚੋਂ ਕੋਈ ਵੀ ਸਮਾਨ ਮੰਗਵਾ ਸਕਦੇ ਹਾਂ, ਜਿਸ ਨੂੰ ਆਨਲਾਈਨ ਸ਼ਾਪਿੰਗ ਕਿਹਾ ਜਾਂਦਾ ਹੈ, ਤੇ ਸਮਾਨ ਪਸੰਦ ਨਾ ਆਉਣ ਦੀ ਸੂਰਤ ਵਿੱਚ ਉਸ ਨੂੰ ਵਾਪਸ ਵੀ ਕਰ ਸਕਦੇ ਹਾਂ। ਇੰਟਰਨੈਟ ਦੁਆਰਾ ਪ੍ਰਦਾਨ ਈਮੇਲ ਦੀ ਸੁਵਿਧਾ ਨਾਲ ਅਸੀਂ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਮਿੰਟਾਂ ਸਕਿੰਟਾਂ ਵਿੱਚ ਸੁਨੇਹੇ ਵੀ ਭੇਜ ਸਕਦੇ ਹਾਂ। ਇੰਟਰਨੈਟ ਸਾਨੂੰ ਬੈਂਕ ਨਾਲ ਸੰਬੰਧਿਤ ਵੀ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ, ਜਿਵੇਂ ਅਸੀਂ ਘਰ ਬੈਠੇ ਹੀ ਇੱਕ ਬੈਂਕ ਤੋਂ ਦੂਸਰੇ ਬੈਂਕ ਤੱਕ ਆਪਣੇ ਪੈਸੇ ਟ੍ਰਾਂਸਫਰ ਕਰ ਸਕਦੇ ਹਾਂ ਜਾਂ ਫਿਰ ਆਪਣੇ ਅਕਾਊਂਟ ਵਿੱਚੋਂ ਉਪਲਬਧ ਬੈਲੈਂਸ ਚੈੱਕ ਕਰ ਸਕਦੇ ਹਾਂ। ਇੰਟਰਨੈਟ ਦੀ ਮਦਦ ਨਾਲ ਅਸੀਂ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਲਿਖਤੀ ਰੂਪ ਵਿੱਚ ਚੈਟਿੰਗ ਜਾਂ ਫਿਰ ਆਵਾਜ਼ ਤੇ ਤਸਵੀਰਾਂ ਦਾ ਆਦਾਨ ਪ੍ਰਦਾਨ ਕਰਕੇ ਵੀਡੀਓ ਕਾਨਫਰੰਸਿੰਗ ਵੀ ਕਰ ਸਕਦੇ ਹਾਂ। ਅੱਜ ਦੇ ਟਾਈਮ ਵਿੱਚ ਲੈਪਟਾਪ, PC ਤੇ ਫੋਨ ਨੂੰ ਇੰਟਰਨੈਟ ਨਾਲ ਜੋੜਨ ਦੇ ਕਈ ਤਰੀਕੇ ਹਨ। ਜਦੋਂ ਇਹ ਫੈਸਲਾ ਕਰਨਾ ਹੋਵੇ ਕਿ ਕਿਹੜਾ ਇੰਟਰਨੈਟ ਕਨੈਕਸ਼ਨ ਸਾਡੇ ਲਈ ਠੀਕ ਹੈ, ਤਾਂ ਵੱਖ-ਵੱਖ ਇੰਟਰਨੈਟ ਕਨੈਕਸ਼ਨਸ ਵਿੱਚ ਅੰਤਰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾ ਹੈ ਡਾਇਲ ਅਪ ਕਨੈਕਸ਼ਨ। ਡਾਇਲ ਅਪ ਕਨੈਕਸ਼ਨ ਟੈਲੀਫੋਨ ਲਾਈਨ ਜਾਂ ਸੈਲੂਲਰ ਯੰਤਰ ਦੁਆਰਾ ਸਥਾਪਿਤ ਕੀਤਾ ਜਾਂਦਾ ਹੈ। ਇਸ ਦੀ ਸਪੀਡ ਕਾਫੀ ਸਲੋ ਹੁੰਦੀ ਹੈ ਤੇ ਇਸ ਤਰ੍ਹਾਂ ਦੇ ਕਨੈਕਸ਼ਨ ਇੰਟਰਨੈਟ ਦੀ ਘੱਟ ਵਰਤੋਂ ਕਰਨ ਵਾਲਿਆਂ ਲਈ ਲਾਹੇਵੰਦ ਹੁੰਦੇ ਹਨ। ਅੱਗੇ ਹੈ ਬ੍ਰੌਡਬੈਂਡ ਕਨੈਕਸ਼ਨ। ਬ੍ਰੌਡਬੈਂਡ ਕਨੈਕਸ਼ਨ ਕੰਪਿਊਟਰਾਂ ਨੂੰ ਟੈਲੀਫੋਨ ਲਾਈਨਾਂ ਜਾਂ ਟਰਾਂਸਮਿਸ਼ਨ ਲਾਈਨਾਂ ਨਾਲ ਜੋੜਦਾ ਹੈ। ਇਹ ਕਨੈਕਸ਼ਨ ਆਪਣੀ ਤੇਜ਼ ਸਪੀਡ ਕਰਕੇ ਹੀ ਵਰਤੋਂ ਵਿੱਚ ਆਉਣ ਲੱਗੇ। ਇਹ ਉਹਨਾਂ ਯੂਜ਼ਰਸ ਲਈ ਵਧੀਆ ਹੈ ਜਿਨ੍ਹਾਂ ਨੂੰ
ज़्यादा इंटरनेट स्पीड की लोड़ होंदी है। अगे है वायरलैस कनैक्शन। वायरलैस कनैक्शन ਲਈ ਕਿਸੇ ਵੀ ਤਰ੍ਹਾਂ ਦੀ ਤਾਰ ਦੀ ਜ਼ਰੂਰਤ ਨਹੀਂ ਹੁੰਦੀ। ਇਹ ਉਹਨਾਂ ਲਈ ਲਾਹੇਵੰਦ ਹਨ ਜੋ ਆਪਣੇ ਮੋਬਾਈਲ ਜਾਂ ਲੈਪਟਾਪ ਤੇ ਇੱਕ ਜਗ੍ਹਾ ਤੇ ਬੈਠ ਕੇ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਕੰਮ ਨਹੀਂ ਕਰ ਸਕਦੇ। DSL ਕਨੈਕਸ਼ਨ ਮਤਲਬ ਡਿਜੀਟਲ ਸਬਸਕ੍ਰਾਈਬਰ ਲਾਈਨ। ਇਹ ਕਨੈਕਸ਼ਨ ਛੋਟੇ ਵਪਾਰੀਆਂ ਜਾਂ ਪਰਸਨਲ ਯੂਜ਼ਰ ਲਈ ਫਾਇਦੇਮੰਦ ਹੁੰਦੇ ਹਨ। ਇੰਟਰਨੈਟ ਲਈ ਸਭ ਤੋਂ ਜ਼ਰੂਰੀ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹ ਹੈ ਮੋਡਮ। ਹੁਣ ਆਪਾਂ ਜਾਣਾਂਗੇ ਮੋਡਮ ਤੇ ਉਸ ਦੀ ਸਪੀਡ ਅਤੇ ਕਿਸਮਾਂ ਬਾਰੇ। ਮੋਡਮ ਇੱਕ ਅਜਿਹਾ ਯੰਤਰ ਹੈ ਜਿਸ ਦੁਆਰਾ ਕੰਪਿਊਟਰ, ਟੈਲੀਫੋਨ ਜਾਂ ਕੇਬਲ ਦੀਆਂ ਲਾਈਨਾਂ ਦੁਆਰਾ ਡਾਟਾ ਦਾ ਸੰਚਾਰ ਕਰਦਾ ਹੈ। ਕੰਪਿਊਟਰ ਵਿੱਚ ਸੂਚਨਾ ਡਿਜੀਟਲ ਰੂਪ ਵਿੱਚ ਸਟੋਰ ਹੁੰਦੀ ਹੈ, ਜਦਕਿ ਟੈਲੀਫੋਨ ਦੀਆਂ ਲਾਈਨਾਂ ਦੁਆਰਾ ਡਾਟਾ ਐਨਾਲੌਗ ਸਿਗਨਲ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ ਤੇ ਮੋਡਮ ਇਹਨਾਂ ਲਾਈਨਾਂ ਤੋਂ ਪ੍ਰਾਪਤ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਦੇ ਵਿੱਚ ਅਤੇ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਵਿੱਚ ਬਦਲਣ ਦਾ ਕੰਮ ਕਰਦਾ ਹੈ। ਮੋਡਮ ਦੋ ਤਰ੍ਹਾਂ ਦੇ ਹੁੰਦੇ ਹਨ, ਬਾਹਰੀ ਮੋਡਮ ਤੇ ਅੰਦਰੂਨੀ ਮੋਡਮ। ਬਾਹਰੀ ਮੋਡਮ ਜੋ ਕੰਪਿਊਟਰ ਦੇ ਬਾਹਰ ਹੁੰਦੇ ਹਨ ਅਤੇ ਕੰਪਿਊਟਰ ਦੇ ਨਾਲ ਤਾਰਾਂ ਦੇ ਜ਼ਰੀਏ ਬਾਹਰੀ ਤੌਰ ਤੇ ਜੁੜੇ ਹੁੰਦੇ ਹਨ। ਅੰਦਰੂਨੀ ਮੋਡਮ ਜੋ ਕੰਪਿਊਟਰ ਦੇ ਅੰਦਰ ਲੱਗੇ ਹੁੰਦੇ ਹਨ। ਇੱਕ ਪਲੱਗ ਦੁਆਰਾ ਟੈਲੀਫੋਨ ਜਾਂ ਤਾਰਾਂ ਜਾਂ ਕੇਬਲ ਆਦਿ ਮੋਡਮ ਤੱਕ ਪਹੁੰਚਾਈਆਂ ਜਾਂਦੀਆਂ ਹਨ। ਹਰ ਮੋਡਮ ਦੀ ਰਫ਼ਤਾਰ ਅਲੱਗ-ਅਲੱਗ ਹੁੰਦੀ ਹੈ। ਜੇਕਰ ਦੋ ਵੱਖ-ਵੱਖ ਰਫ਼ਤਾਰ ਵਾਲੇ ਮੋਡਮ ਵਾਲੇ ਕੰਪਿਊਟਰ ਆਪਸ ਵਿੱਚ ਟਰਾਂਸਮਿਸ਼ਨ ਕਰ ਰਹੇ ਹਨ, ਮਤਲਬ ਇੱਕ ਕੰਪਿਊਟਰ ਜਿਸ ਦੇ ਮੋਡਮ ਦੀ ਰਫ਼ਤਾਰ ਘੱਟ ਹੈ ਤੇ ਦੂਸਰਾ ਕੰਪਿਊਟਰ ਜਿਸ ਦੇ ਮੋਡਮ ਦੀ ਰਫ਼ਤਾਰ ਤੇਜ਼ ਹੈ, ਤਾਂ ਇੰਟਰਨੈਟ ਉੱਤੇ ਟਰਾਂਸਮਿਸ਼ਨ ਘੱਟ ਸਪੀਡ ਤੇ ਹੋਵੇਗਾ। ਜ਼ਿਆਦਾਤਰ 28.8 kbps ਰਫ਼ਤਾਰ ਵਾਲੇ ਮੋਡਮ ਹੀ ਵਰਤੇ ਜਾਂਦੇ ਹਨ, ਪਰ ਜਿਨ੍ਹਾਂ ਨੇ ਜ਼ਿਆਦਾ ਤੇ ਤੇਜ਼ ਇੰਟਰਨੈਟ ਵਰਤਣਾ ਹੈ ਉਹ 58 kbps ਰਫ਼ਤਾਰ ਵਾਲਾ ਮੋਡਮ ਵਰਤਦੇ ਹਨ। ਆਪਾਂ ਇਹ ਤਾਂ ਸੋਚ ਲਿਆ ਕਿ ਕਿਹੜਾ ਇੰਟਰਨੈਟ ਕਨੈਕਸ਼ਨ ਲੈਣਾ ਹੈ ਤੇ ਉਸ ਲਈ ਕਿਹੜੇ ਮੋਡਮ ਦੀ ਲੋੜ ਹੈ, ਪਰ ਆਪਾਂ ਨੂੰ ਇੰਟਰਨੈਟ ਦਾ ਕਨੈਕਸ਼ਨ ਦੇਵੇਗਾ ਕੌਣ? ਇੰਟਰਨੈਟ ਸਰਵਿਸ ਪ੍ਰੋਵਾਈਡਰ। ਇੰਟਰਨੈਟ ਸਰਵਿਸ ਪ੍ਰੋਵਾਈਡਰ ਯਾਨੀ ਕਿ ISP ਉਹ ਕੰਪਨੀ ਹੈ ਜੋ ਤੁਹਾਨੂੰ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਦੀ ਹੈ, ਜਿਵੇਂ ਕਿ ਏਅਰਟੈਲ, BSNL ਆਦਿ। ਇੰਟਰਨੈਟ ਕਨੈਕਸ਼ਨ ਲਈ ਸਾਰਾ ਲੋੜੀਂਦਾ ਸਮਾਨ ਜਿਵੇਂ ਕਿ ਪਾਸਵਰਡ, ਯੂਜ਼ਰਨੇਮ, ਸੌਫਟਵੇਅਰ ਪੈਕੇਜ, ਟੈਲੀਫੋਨ ਲਾਈਨ, ਸਭ ਕੁਝ ਇੰਟਰਨੈਟ ਸਰਵਿਸ ਪ੍ਰੋਵਾਈਡਰ ਦੁਆਰਾ ਹੀ ਦਿੱਤਾ ਜਾਂਦਾ ਹੈ, ਜਿਸ ਦੇ ਬਦਲੇ ਉਹ ਯੂਜ਼ਰ ਤੋਂ ਮਹੀਨਾਵਾਰ ਫੀਸ ਲੈਂਦੇ ਹਨ। ਹੁਣ ਅੱਗੇ ਅਸੀਂ ਸਟੱਡੀ ਕਰਾਂਗੇ ਇੰਟਰਨੈਟ ਦੇ ਕੀ ਲਾਭ ਹਨ ਜਾਂ ਇੰਟਰਨੈਟ ਸਾਨੂੰ ਕੀ ਸੇਵਾਵਾਂ ਪ੍ਰਦਾਨ ਕਰਦਾ ਹੈ। ਸਭ ਤੋਂ ਪਹਿਲਾਂ ਹੈ ਵਰਲਡ ਵਾਈਡ ਵੈਬ। ਵਰਲਡ ਵਾਈਡ ਵੈਬ ਵਿੱਚ ਬਹੁਤ ਸਾਰੀਆਂ ਵੈਬਸਾਈਟਾਂ ਸ਼ਾਮਲ ਹੁੰਦੀਆਂ ਹਨ। ਕਈ ਵੈਬ ਪੇਜਾਂ ਦੇ ਮੇਲ ਤੋਂ ਵੈਬਸਾਈਟ ਬਣਦੀ ਹੈ। ਵਰਲਡ ਵਾਈਡ ਵੈਬ ਇੱਕ ਕੰਪਿਊਟਰ ਨੈਟਵਰਕ ਹੈ ਜਿੱਥੇ ਅਸੀਂ ਕਿਸੇ ਵੀ ਵੈਬ ਬਰਾਊਜ਼ਰ ਦੀ ਮਦਦ ਨਾਲ ਸਰਫਿੰਗ ਕਰ ਸਕਦੇ ਹਾਂ ਅਤੇ ਕੋਈ ਵੀ ਸੂਚਨਾ ਲੱਭ ਸਕਦੇ ਹਾਂ। ਅੱਗੇ ਹੈ ਇਲੈਕਟ੍ਰੋਨਿਕ ਮੇਲ। ਇਲੈਕਟ੍ਰੋਨਿਕ ਮੇਲ ਮਤਲਬ ਈਮੇਲ। ਕੋਈ ਵੀ ਫਾਈਲ ਜਿਸ ਵਿੱਚ ਟੈਕਸਟ, ਆਵਾਜ਼ ਆਦਿ ਕੁਝ ਵੀ ਹੋਵੇ ਅਸੀਂ ਉਹ ਈਮੇਲ ਰਾਹੀਂ ਭੇਜ ਸਕਦੇ ਹਾਂ। ਇਸ ਲਈ ਸੂਚਨਾ ਭੇਜਣ ਵਾਲੇ ਅਤੇ ਸੂਚਨਾ ਪ੍ਰਾਪਤ ਕਰਨ ਵਾਲੇ ਦੋਵਾਂ ਦਾ ਈਮੇਲ ਪਤਾ ਹੋਣਾ ਜ਼ਰੂਰੀ ਹੈ। ਈਮੇਲ ਦੀ ਸੁਵਿਧਾ ਨਾਲ ਸਾਡਾ ਡਾਕਘਰ ਰਾਹੀਂ ਡਾਕ ਭੇਜਣ ਦਾ ਖਰਚ ਜਾਂ ਸਮਾਂ ਦੋਵਾਂ ਦੀ ਹੀ ਬਚਤ ਹੁੰਦੀ ਹੈ ਤੇ ਅਸੀਂ ਆਪਣੇ ਘਰੇ ਬੈਠੇ ਹੀ ਆਪਣੇ ਸਕੇ ਸੰਬੰਧੀਆਂ ਨੂੰ ਕਿਸੇ ਵੀ ਸਮੇਂ ਕੋਈ ਵੀ ਸੁਨੇਹਾ ਮਿੰਟਾਂ ਸਕਿੰਟਾਂ ਵਿੱਚ ਭੇਜ ਸਕਦੇ ਹਾਂ। ਨੈਕਸਟ ਇਜ਼ ਸੋਸ਼ਲ ਨੈਟਵਰਕਿੰਗ ਸਾਈਟ। ਸੋਸ਼ਲ ਨੈਟਵਰਕਿੰਗ ਸਾਈਟਾਂ ਇੰਟਰਨੈਟ ਵਰਤਣ ਵਾਲੇ ਲੋਕਾਂ ਦੇ ਇੱਕ ਆਨਲਾਈਨ ਸਮੂਹ ਦੀ ਤਰ੍ਹਾਂ ਕੰਮ ਕਰਦੀਆਂ ਹਨ। ਅੱਜ ਕੱਲ੍ਹ ਹਰ ਕੋਈ ਇਹਨਾਂ ਸਾਈਟਾਂ ਦਾ ਹਿੱਸਾ ਹੈ, ਜਿਵੇਂ ਕਿ ਫੇਸਬੁੱਕ, ਟਵਿੱਟਰ ਆਦਿ। ਤੁਹਾਡੇ ਵਿੱਚੋਂ ਵੀ ਕਈ ਵਿਦਿਆਰਥੀ ਆਪਣੇ ਮੋਬਾਈਲ ਉੱਪਰ ਫੇਸਬੁੱਕ ਜਾਂ ਟਵਿੱਟਰ ਚਲਾਉਂਦੇ ਹੋਣਗੇ। ਚੈਟਿੰਗ ਅਤੇ ਵੀਡੀਓ ਕਾਨਫਰੰਸਿੰਗ। ਇੰਟਰਨੈਟ ਦੀ ਮਦਦ ਨਾਲ ਅਸੀਂ ਕਿਸੇ ਨਾਲ ਵੀ ਘਰ ਬੈਠੇ ਹੀ ਲਿਖਤੀ ਰੂਪ ਵਿੱਚ ਚੈਟਿੰਗ ਜਾਂ ਤਸਵੀਰਾਂ ਜਾਂ ਆਵਾਜ਼ਾਂ ਭੇਜ ਕੇ ਵੀਡੀਓ ਕਾਨਫਰੰਸਿੰਗ ਕਰ ਸਕਦੇ ਹਾਂ। ਈ-ਕਾਮਰਸ। ਇੰਟਰਨੈਟ ਦੀ ਮਦਦ ਨਾਲ ਅਸੀਂ ਆਪਣੇ ਘਰ ਬੈਠੇ ਚਾਹੇ ਦਿਨ ਹੋਵੇ ਚਾਹੇ ਰਾਤ ਕੋਈ ਵੀ ਸਮਾਨ ਆਨਲਾਈਨ ਖਰੀਦ ਸਕਦੇ ਹਾਂ ਅਤੇ ਪਸੰਦ ਨਾ ਆਉਣ ਦੀ ਸੂਰਤ ਵਿੱਚ ਜਾਂ ਖਰਾਬ ਸਮਾਨ ਨਿਕਲਣ ਦੀ ਸੂਰਤ ਵਿੱਚ ਉਸ ਨੂੰ ਵਾਪਸ ਕਰ ਸਕਦੇ ਹਾਂ। ਸਰਚਿੰਗ। ਸਰਚਿੰਗ ਦਾ ਅਰਥ ਹੈ ਇੰਟਰਨੈਟ ਉੱਤੇ ਕੁਝ ਲੱਭਣਾ। ਇੰਟਰਨੈਟ ਉੱਤੇ ਅਸੀਂ ਆਪਣੀ ਰੁਚੀ ਜਾਂ ਵਿਸ਼ੇ ਅਨੁਸਾਰ ਕੋਈ ਵੀ ਸੂਚਨਾ ਲੱਭ ਸਕਦੇ ਹਾਂ। ਮੰਨ ਲਓ ਤੁਸੀਂ ਕੰਪਿਊਟਰ ਨੈਟਵਰਕਿੰਗ ਬਾਰੇ ਜਾਣਕਾਰੀ ਪਤਾ ਕਰਨੀ ਹੈ, ਤਾਂ ਉਸ ਲਈ ਸਭ ਤੋਂ ਪਹਿਲਾਂ ਆਪਣੇ ਕੰਪਿਊਟਰ 'ਤੇ ਕੋਈ ਵੀ ਇੱਕ ਵੈਬ ਬਰਾਊਜ਼ਰ ਖੋਲ੍ਹੋ, ਜਿਵੇਂ ਗੂਗਲ ਕ੍ਰੋਮ। ਉਸ ਵਿੱਚ ਕੋਈ ਵੀ ਸਰਚ ਇੰਜਨ ਜਿਵੇਂ google.com ਟਾਈਪ ਕਰੋ। ਤੁਹਾਡੇ ਸਾਹਮਣੇ ਸਰਚ ਦੀ ਸਕਰੀਨ ਖੁੱਲ੍ਹੇਗੀ। ਉਸ ਸਰਚ ਬਾਕਸ ਵਿੱਚ
ਆਪਣੀ ਰੁਚੀ ਦਾ ਕੋਈ ਵੀ ਇੱਕ ਟੌਪਿਕ ਟਾਈਪ ਕਰੋ, ਜਿਵੇਂ ਕੰਪਿਊਟਰ ਨੈਟਵਰਕਿੰਗ। ਤੁਸੀਂ ਦੇਖੋਗੇ ਕੰਪਿਊਟਰ ਨੈਟਵਰਕਿੰਗ ਨਾਲ ਸੁਝਾਅ ਤੁਹਾਨੂੰ ਦਿੱਤੇ ਜਾਣਗੇ। ਕਿਸੇ ਵੀ ਇੱਕ 'ਤੇ ਕਲਿੱਕ ਕਰੋ ਤੇ ਐਂਟਰ ਕੀ ਦਬਾਓ। ਹੁਣ ਤੁਹਾਡੇ ਸਾਹਮਣੇ ਕੰਪਿਊਟਰ ਨੈਟਵਰਕਿੰਗ ਦੀ ਜਾਣਕਾਰੀ ਲਈ ਬਹੁਤ ਸਾਰੇ ਲਿੰਕ ਦਿਖਾਈ ਦੇਣਗੇ। ਉਹਨਾਂ ਵਿੱਚੋਂ ਕਿਸੇ ਵੀ ਇੱਕ ਲਿੰਕ ਉੱਪਰ ਤੁਸੀਂ ਕਲਿੱਕ ਕਰੋ। ਹੁਣ ਤੁਹਾਡੇ ਸਾਹਮਣੇ ਕੰਪਿਊਟਰ ਨੈਟਵਰਕਿੰਗ ਬਾਰੇ ਸਾਰੀ ਜਾਣਕਾਰੀ ਹੋਵੇਗੀ। ਜੇਕਰ ਅਸੀਂ ਇੰਟਰਨੈਟ ਦਾ ਪੂਰਾ ਲਾਭ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਕੰਪਿਊਟਰ ਦੇ ਸੌਫਟਵੇਅਰ ਦੀ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਅਲੱਗ-ਅਲੱਗ ਉਦੇਸ਼ਾਂ ਲਈ ਅਲੱਗ-ਅਲੱਗ ਸੌਫਟਵੇਅਰ ਟੂਲਸ ਵਰਤੇ ਜਾਂਦੇ ਹਨ, ਜੋ ਕਿ ਸਾਡੀ ਲੋੜ 'ਤੇ ਨਿਰਭਰ ਕਰਦੇ ਹਨ। ਇਹਨਾਂ ਵਿੱਚੋਂ ਕੁਝ ਟੂਲਸ ਹਨ: ਈਮੇਲ ਪ੍ਰੋਗਰਾਮ, ਬਰਾਊਜ਼ਰ, ਨਿਊਜ਼ ਰੀਡਰ ਅਤੇ FTP ਸੌਫਟਵੇਅਰ। ਕਿਸੇ ਵੀ ਯੂਜ਼ਰ ਨੂੰ ਕੰਪਿਊਟਰ ਵਿੱਚ ਕਿਸੇ ਫਾਈਲ ਨੂੰ ਟਾਈਪ ਕਰਨਾ, ਪ੍ਰਿੰਟ ਕਰਨਾ, ਕਾਪੀ ਕਰਨ ਤੋਂ ਇਲਾਵਾ ਵੀ ਬਹੁਤ ਕੁਝ ਆਉਣਾ ਚਾਹੀਦਾ ਹੈ। ਇੰਟਰਨੈਟ ਨੂੰ ਵਰਤਣ ਦੇ ਟੂਲਸ ਭਾਵੇਂ ਵੱਧ ਗਏ ਹਨ, ਪਰ ਯੂਜ਼ਰ ਕੋਲ ਵੀ ਇੰਟਰਨੈਟ ਵਰਤਣ ਦਾ ਹੁਨਰ ਹੋਣਾ ਚਾਹੀਦਾ ਹੈ। ਇਸ ਨੂੰ ਹੀ ਬੇਸਿਕ ਇੰਟਰਨੈਟ ਸਕਿੱਲਸ ਕਹਿੰਦੇ ਹਨ, ਜਿਵੇਂ ਇੰਟਰਨੈਟ ਉੱਤੇ ਫਾਈਲ ਨੂੰ ਕਿਵੇਂ ਅਪਲੋਡ ਕਰਨਾ ਹੈ, ਕਿਵੇਂ ਡਾਊਨਲੋਡ ਕਰਨਾ ਹੈ, ਜਾਂ ਫਿਰ ਈਮੇਲ ਆਦਿ ਕਿਵੇਂ ਕਰਨੀ ਹੈ। ਇਸ ਤਰ੍ਹਾਂ ਇਸ ਪਾਠ ਤੋਂ ਅਸੀਂ ਸਿੱਖਿਆ ਹੈ ਕਿ ਇੰਟਰਨੈਟ ਇੱਕ ਨੈਟਵਰਕ ਆਫ ਨੈਟਵਰਕਸ ਹੈ, ਜੋ ਕਿ ਲੱਖਾਂ ਕੰਪਿਊਟਰਾਂ ਦਾ ਦੁਨੀਆ ਵਿੱਚ ਫੈਲਿਆ ਹੋਇਆ ਇੱਕ ਜਾਲ ਹੈ। ਤੇ ਇਸ ਦੇ ਵੱਖ-ਵੱਖ ਲਾਭ ਕੀ ਹਨ, ਜਿਵੇਂ ਈਮੇਲ, ਆਨਲਾਈਨ ਸ਼ਾਪਿੰਗ, ਚੈਟਿੰਗ, ਵੀਡੀਓ ਕਾਨਫਰੰਸਿੰਗ ਅਤੇ ਈ-ਕਾਮਰਸ ਆਦਿ।